ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਅਤੇ ਸਾਨੂੰ ਆਪਣੀ ਮਹਿਮਾ ਵਿੱਚ ਲੈ ਕੇ ਚੱਲਦਾ ਹੈ, ਤਾਂ ਕਿ ਅਸੀਂ ਤੇਰੇ ਰਾਜ ਵਿੱਚ ਅੱਗੇ ਵਧਦੇ ਹੋਏ ਤੇਰੀ ਉਸਤਤ ਅਤੇ ਤੇਰੀ ਵਡਿਆਈ ਦਾ ਕਾਰਨ ਬਣੀਏ। ਇਸ ਵਚਨ ਨੂੰ ਔਰ ਵਚਨ ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਇੱਕ ਖਾਸ ਆਤਮਿਕ ਮੰਦਰ ਦੇ ਉੱਤੇ ਹੈ, ਜਿਸ ਦਾ ਵਿਸ਼ਾ ਹੈ ਅੱਜ ਦਾ ਆਤਮਿਕ ਮੰਦਰ। ਮੈਂ ਜਦੋਂ ਆਪਣੇ ਕਈ ਮਸੀਹੀ ਭਾਈ ਭੈਣਾਂ ਨੂੰ ਮਿਲਦਾ ਹਾਂ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਮੈਂ ਆਤਮਿਕ ਮੰਦਰ ਦੇ ਵਿੱਚ ਨਿਰਾਸ਼ਾ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਸੰਕਟ ਅਤੇ ਕਲੇਸ਼ ਅਤੇ ਉਹਨਾਂ ਦੇ ਵਿੱਚ ਝਗੜਿਆਂ ਅਤੇ ਲੜਾਈਆਂ ਨੂੰ ਵੇਖਦਾ ਹਾਂ। ਔਰ ਇਹ ਗੱਲਾਂ ਉਹਨਾਂ ਦੇ ਜੀਵਨ ਦੇ ਵਿੱਚ ਕਿਉਂ ਆਈਆਂ ਆ, ਕਾਹਤੇ ਆਈਆਂ? ਕਿਉਂਕਿ ਉਹ ਹਜੇ ਤੱਕ ਪ੍ਰਭੂ ਦੇ ਅਸਲ ਜੋ ਕਲਵਰੀ ਕਰੂਸ ਦੇ ਬਲੀਦਾਨ ਹੈ ਉਸ ਨੂੰ ਨਹੀਂ ਸਮਝ ਪਾਏ। ਪਰ ਮੈਂ ਇਸ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪੜ੍ਹਨਾ ਚਾਹੁੰਦਾ ਹਾਂ, ਜਿੱਥੋਂ ਮੈਂ ਪੈਸੇਜ ਲਿਆ ਹੈ, ਵਿਸ਼ਾ ਲਿਆ ਹੈ, ਅੱਜ ਦਾ ਆਤਮਿਕ ਮੰਦਰ। ਇਸ ਨੂੰ ਮੈਂ ਹਜ਼ਾਈ ਨਬੀ ਦੀ ਪੁਸਤਕ 1 ਅਧਿਆਏ 2 ਤੋਂ 5 ਅਤੇ 8 ਆਇਤ ਨੂੰ ਪੜਾਂਗਾ। ਇੱਥੇ ਲਿਖਿਆ ਹੈ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾ ਦੇ ਮੰਦਰ ਦੇ ਬਣਾਉਣ ਦਾ ਵੇਲਾ ਨਹੀਂ ਆਇਆ। ਤਾਂ ਯਹੋਵਾ ਦੀ ਬਾਣੀ ਹਜ਼ਾਈ ਨਬੀ ਦੇ ਰਾਹੀਂ ਆਈ ਹੈ ਕਿ ਭਲਾ ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ, ਜਦ ਕਿ ਇਹ ਭਵਨ ਬਰਬਾਦ ਪਿਆ ਹੈ। ਹੁਣ ਸੈਨਾ ਦਾ ਯਹੋਵਾ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਪਿਆਰੇ ਅਜ਼ੀਜ਼, ਇੱਥੇ ਕਹਿੰਦਾ ਹੈ ਪ੍ਰਭੂ ਦਾ ਵਚਨ, ਲੋਕ ਕਹਿੰਦੇ ਆ ਕਿ ਹਜੇ ਯਹੋਵਾ ਦੇ ਭਵਨ ਦਾ ਬਣਾਉਣ ਦਾ ਸਮਾਂ ਨਹੀਂ ਆਇਆ। ਇਹ ਵਿਸ਼ਵਾਸੀ ਲੋਕਾਂ ਦੀ ਵੀ ਗੱਲ ਹੈ। ਵਿਸ਼ਵਾਸੀ ਲੋਕਾਂ ਦੇ ਵਿੱਚ ਅਸੀਂ ਇੱਟਾਂ ਅਤੇ ਪੱਥਰਾਂ ਦਾ ਮੰਦਰ ਤਾਂ ਬਣਾ ਰਹੇ ਹਾਂ, ਪਰ ਜਿਹੜਾ ਅਸਲ ਪਰਮੇਸ਼ਰ ਦਾ ਮੰਦਰ ਹੈ ਉਹ ਵੀਰਾਨ ਪਿਆ ਹੈ। ਉਸ ਦੇ ਵਿੱਚ ਕਿਸੇ ਪ੍ਰਕਾਰ ਦੀ ਉਸਾਰੀ ਨਹੀਂ। ਇੱਥੇ ਇੱਕ ਗੱਲ ਕਹਿ ਰਿਹਾ ਹੈ ਪਰਮੇਸ਼ਰ ਕਿ ਉਹ ਕਹਿੰਦੇ ਹਨ, ਭਲਾ ਇਹ ਕੋਈ ਸਮਾਂ ਹੈ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹਿੰਦੇ ਹੋ। ਇਹਦਾ ਮਤਲਬ ਕੀ ਹੈ? ਉਹਨਾਂ ਮੁੱਖ ਕਾਰਨਾਂ ਵਿੱਚੋਂ ਇੱਕ ਜਿਸ ਕਰਕੇ ਯਹੂਦੀਆਂ ਨੇ ਹੈਕਲ ਦਾ ਨਿਰਮਾਣ ਰੋਕ ਦਿੱਤਾ, ਉਹ ਇਹ ਸੀ ਕਿਉਂਕਿ ਉਹ ਉਹਨਾਂ ਦੀਆਂ ਆਪਣੀਆਂ ਦਿਲਚਸਪੀਆਂ ਨੂੰ ਪੂਰਾ ਕਰਨ ਅਤੇ ਬਹੁਤ ਜ਼ਿਆਦਾ ਰੁੱਝ ਗਏ ਸੀ। ਅੱਜ ਕੱਲ੍ਹ ਅਸੀਂ ਪ੍ਰਭੂ ਦੇ ਵਚਨ ਅਤੇ ਪ੍ਰਭੂ ਦੇ ਘਰ ਦੇ ਬਾਰੇ ਧਿਆਨ ਕਿਉਂ ਨਹੀਂ ਦੇ ਰਹੇ ਹਾਂ? ਕਾਰਨ ਸਾਡੀਆਂ ਆਤਮਿਕ ਗੱਲਾਂ ਨੂੰ ਛੱਡ ਕੇ ਭੌਤਿਕ ਗੱਲਾਂ ਦੇ ਵਿੱਚ ਧਿਆਨ ਜ਼ਿਆਦਾ ਚੱਲ ਗਿਆ ਹੈ। ਮੇਰਾ ਘਰ ਕਿੱਦਾਂ ਬਣੇਗਾ, ਮੇਰਾ ਜੀਵਨ ਕਿਸ ਤਰ੍ਹਾਂ ਸਥਿਰ ਹੋਵੇਗਾ, ਮੇਰਾ ਜੋ ਸਟੇਟਸ ਹੈ ਉਹ ਕਿਸ ਤਰ੍ਹਾਂ ਬਣੇਗਾ, ਮੈਂ ਕਿਸ ਤਰ੍ਹਾਂ ਧਨੀ ਹੋਵਾਂਗਾ, ਮੇਰਾ ਸਭ ਲੋਕਾਂ ਦੇ ਵਿੱਚ ਬੋਲਬਾਲਾ ਕਿਸ ਤਰ੍ਹਾਂ ਹੋਵੇਗਾ। ਇਹ ਸਾਰੀਆਂ ਆਤਮਿਕ ਗੱਲਾਂ ਨਹੀਂ, ਭੌਤਿਕ ਗੱਲਾਂ ਹੈ। ਔਰ ਭੌਤਿਕ ਗੱਲਾਂ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਘਰ ਨੂੰ ਵੀਰਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰਮੇਸ਼ਵਰ ਦਾ ਇਸ ਦੁਨੀਆ ਦੇ ਵਿੱਚ ਆਣਾ ਮੈਨੂੰ ਆਤਮਿਕ ਰੀਤੀ ਦੇ ਨਾਲ ਮਜ਼ਬੂਤ ਕਰਨਾ ਤੇ ਆਤਮਿਕਤਾ ਦੇ ਨਾਲ ਪਰਮੇਸ਼ਵਰ ਦੀ ਸੰਗਤ ਵਿੱਚ ਜੋੜਨਾ ਸੀ। ਪਰ ਅੱਜ ਅਸੀਂ ਅੱਜ ਦੇ ਮਾਹੌਲ ਦੇ ਨਾਲ ਗੱਲ ਕਰੀਏ ਤਾਂ ਅਸੀਂ ਆਤਮਿਕ ਘੱਟ ਤੇ ਭੌਤਿਕ ਜ਼ਿਆਦਾ ਹਾਂ।
ਜੇ ਕਿਸੇ ਦੀ ਗਵਾਹੀ ਵੀ ਸੁਣੀਏ ਤਾਂ ਉਸ ਗਵਾਹੀ ਦੇ ਵਿੱਚ ਕੀ ਸੁਣਦੇ ਆ, ਸਾਨੂੰ ਆ ਪੈਸਿਆਂ ਦੀ ਲੋੜ ਸੀ, ਇਦਾਂ ਹੋ ਗਿਆ, ਸਾਨੂੰ ਪੈਸਿਆਂ ਦਾ ਇਧਰੋਂ ਇੰਤਜ਼ਾਮ ਹੋ ਗਿਆ, ਉਧਰੋਂ ਇੰਤਜ਼ਾਮ ਹੋ ਗਿਆ। ਬਟ ਅਸੀਂ ਇਹ ਨਹੀਂ ਸੋਚਦੇ ਆ ਕਿ ਪਰਮੇਸ਼ਵਰ ਨੇ ਮੇਰੇ ਲਈ ਆਤਮਿਕਤਾ ਦਾ ਇੰਤਜ਼ਾਮ ਕੀਤਾ ਹੈ, ਮੈਂ ਉਸ ਦੇ ਵਿੱਚ ਕਿੰਨਾ ਅੱਗੇ ਵਧਿਆ। ਬਾਈਬਲ ਦੇ ਵਿੱਚ ਸੁਲੇਮਾਨ ਨੇ ਪਰਮੇਸ਼ਵਰ ਦੇ ਕੋਲੋਂ ਬੁੱਧ ਮੰਗੀ, ਅਤੇ ਜਦੋਂ ਉਹਨੇ ਬੁੱਧ ਮੰਗੀ ਤਾਂ ਉਸ ਦੇ ਨਾਲ ਰਾਜ ਪਾਟ ਉਸਦੇ ਆਪਣੇ ਆਪ ਪਿੱਛੇ ਆ ਗਿਆ। ਜੇ ਅਸੀਂ ਮਤੀ ਦੀ ਅੰਜੀਲ 6 ਅਧਿਆਇ ਉਸ ਦੀ 33 ਆਇਤ ਵੀ ਪੜ੍ਹੀਏ ਤਾਂ ਉਸ ਦੇ ਵਿੱਚ ਲਿਖਿਆ ਹੈ, ਪਹਿਲਾਂ ਤੁਸੀਂ ਉਹਦੇ ਧਰਮ ਅਤੇ ਰਾਜ ਨੂੰ ਪਾਲੋ ਤਾਂ ਇਹ ਵਸਤਾਂ ਖੁਦ ਬ ਖੁਦ ਤੁਹਾਨੂੰ ਮਿਲ ਜਾਣਗੀਆਂ। ਪਰ ਅਸੀਂ ਉਹਨਾਂ ਚੀਜ਼ਾਂ ਨੂੰ ਨਾ ਖੋਜ ਕਰਦੇ ਹੋਏ ਅਸੀਂ ਸਰੀਰਕ ਗੱਲਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਮੈਂ ਸਮਾਰਟ ਕਿੰਨਾ ਲੱਗਦਾ ਹਾਂ, ਮੈਂ ਜੋ ਪਹਿਨਿਆ ਉਹ ਕਿੰਨਾ ਸੁੰਦਰ ਲੱਗਦਾ, ਮੈਂ ਬਿਊਟੀਫੁਲ ਹਾਂ ਜਾਂ ਨਹੀਂ। ਮੈਂ ਭੌਤਿਕ ਚੀਜ਼ਾਂ ਦੇ ਮਗਰ ਮਤਲਬ ਕਿ ਇਸ ਤਰ੍ਹਾਂ ਪੈ ਗਿਆ ਹਾਂ ਪਿੱਛੇ ਕਿ ਜਦ ਤੱਕ ਮੈਨੂੰ ਉਹ ਮਿਲ ਨਹੀਂ ਜਾਂਦੀਆਂ ਉਦੋਂ ਤੱਕ ਮੈਨੂੰ ਚੈਨ ਨਹੀਂ ਆਵੇਗਾ। ਇਹ ਮੈਂ ਯਕੀਨੀ ਗੱਲ, ਕਿਉਂਕਿ ਬਹੁਤ ਸਾਰੇ ਮਸੀਹੀ ਵਿਸ਼ਵਾਸੀਆਂ ਦੇ ਵਿੱਚ ਮੈਂ ਗੱਲ ਦੇਖੀ ਹੈ, ਉਹ ਪ੍ਰਾਰਥਨਾ ਕਰਨ ਦੇ ਵਿੱਚ ਇੰਨਾ ਇੰਟਰਸਟ ਨਹੀਂ ਕਰਦੇ ਹੈ, ਉਹ ਵਚਨ ਪੜ੍ਹਨ ਦੇ ਵਿੱਚ ਇੰਨਾ ਇੰਟਰਸਟ ਨਹੀਂ ਕਰਦੇ ਹੈ, ਉਹ ਸੰਗਤ ਕਰਨ ਦੇ ਵਿੱਚ ਇੰਨਾ ਇੰਟਰਸਟ ਨਹੀਂ ਕਰਦੇ ਹੈ, ਉਹ ਇੱਕ ਦੂਸਰੇ ਦੇ ਨਾਲ ਮਿਲਣ ਦੇ ਵਿੱਚ ਇੰਨੇ ਉਤਸ਼ਾਹਿਤ ਨਹੀਂ ਹੁੰਦੇ ਹੈ ਜਿੰਨਾ ਉਹ ਆਪਣੇ ਜੀਵਨ ਦੇ ਵਿੱਚ ਇਸ ਸੰਸਾਰ ਦੇ ਆਨੰਦ ਦੇ ਨਾਲ ਆਪਣੇ ਆਪ ਨੂੰ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਭੱਜਦੇ ਆ। ਪਿਆਰੇ ਅਜ਼ੀਜ਼, ਬਾਈਬਲ ਦੇ ਵਿੱਚ ਲਿਖਿਆ ਹੈ, ਮਨੁੱਖ ਜੋ ਬੀਜਦਾ ਹੈ ਸੋਈ ਵੱਢੇਗਾ। ਪਰਮੇਸ਼ਵਰ ਦੇ ਦਾਸ ਪੌਲਸ ਨੇ ਕਿਹਾ ਹੈ, ਜੇ ਤੁਸੀਂ ਆਤਮਾ 'ਚ ਬੀਜੋਗੇ ਤਾਂ ਆਤਮਾ ਦਾ ਫਲ ਮਿਲੇਗਾ, ਜੇ ਸਰੀਰ 'ਚ ਬੀਜੋਗੇ ਤਾਂ ਤੁਸੀਂ ਸਰੀਰ ਦਾ ਫਲ ਭਾਵ ਮੌਤ ਨੂੰ ਪ੍ਰਾਪਤ ਕਰੋਗੇ। ਇੱਥੇ ਪਰਮੇਸ਼ਵਰ ਦਾ ਦਾਸ ਹਜ਼ਾਈ ਨਬੀ ਦੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਕਰ ਰਿਹਾ ਸੀ, ਕਿਉਂਕਿ ਇਸਰਾਇਲ ਨੂੰ ਬਾਰ-ਬਾਰ ਪਰਮੇਸ਼ਵਰ ਨੇ ਨਵੀਆਂ ਦੇ ਰਾਹੀਂ ਚੇਤਾਵਨੀ ਦਿੱਤੀ, ਆਪਣੇ ਆਤਮਿਕ ਜੀਵਨ ਦਾ ਸੁਧਾਰ ਕਰੋ, ਆਪਣੇ ਆਪ ਨੂੰ ਆਤਮਿਕਤਾ ਦੇ ਨਾਲ ਜੋੜੋ, ਆਪਣੇ ਆਪ ਨੂੰ ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਲੈ ਕੇ ਆਓ, ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਵਿੱਤਰ ਕਰੋ। ਇਹ ਸਭ ਗੱਲਾਂ ਨਾ ਕਰਦੇ ਹੋਏ ਉਹ ਸੰਸਾਰ ਦੇ ਵਿੱਚ ਮਿਲ ਗਏ ਅਤੇ ਸੰਸਾਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਤੇ ਸੰਸਾਰ ਦੇ ਵਿਚਾਰ ਉਹਨਾਂ ਵਿੱਚ ਆਣੇ ਸ਼ੁਰੂ ਹੋ ਗਏ। ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਚਾਲ ਢਾਲ ਸਾਰੀ ਖਰਾਬ ਹੋ ਗਈ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਨਬੂਕਦਨੇਜ਼ਰ ਰਾਜਾ ਦੇ ਸਮੇਂ ਦੇ ਵਿੱਚ 70 ਸਾਲ ਦੀ ਗੁਲਾਮੀ ਦੇ ਵਿੱਚ ਬੈਬੀਲੋਨ ਦੇ ਵਿੱਚ ਘੱਲ ਦਿੱਤਾ। ਔਰ 70 ਸਾਲ ਦੀ ਗੁਲਾਮੀ ਤੋਂ ਬਾਅਦ ਅਸੀਂ ਦੇਖਦੇ ਹਾਂ ਹਜ਼ਾਈ ਨਬੀ ਦੇ ਕੋਲ ਪਰਮੇਸ਼ਵਰ ਦਾ ਵਚਨ ਪਹੁੰਚਦਾ ਹੈ। ਫਿਰ ਵੀ ਲੋਕਾਂ ਦਾ ਵਿਚਾਰ ਇਹ ਹੈ ਕਿ ਹਜੇ ਪਰਮੇਸ਼ਵਰ ਦੇ ਭਵਨ ਦਾ ਬਣਾਉਣ ਦਾ ਸਮਾਂ ਨਹੀਂ ਆਇਆ। ਜਦ ਕਿ ਇੱਥੇ ਮੈਂ ਜਦੋਂ 5 ਆਇਤ ਪੜ੍ਹਦਾ ਹਾਂ ਤਾਂ ਪਰਮੇਸ਼ਵਰ ਕਹਿੰਦਾ ਹੈ, ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਹਜੇ ਵੀ ਪਰਮੇਸ਼ਵਰ ਦਾ ਵਚਨ ਦਾ ਇਹੀ ਅਵਲੋਕਨ ਹੈ ਮੇਰੇ ਅਤੇ ਆਪ ਦੇ ਲਈ, ਤੁਸੀਂ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਦਿਓ, ਤੁਸੀਂ ਆਪਣੀ ਚਾਲ ਦੇ ਉੱਤੇ। ਇਹਦਾ ਮਤਲਬ ਤੁਹਾਡੀ ਚਾਲ ਚੱਲਣ ਦੇ ਵਿੱਚ ਫਰਕ ਹੈ, ਇਹਦਾ ਮਤਲਬ ਤੁਹਾਡੀ ਸੋਚ ਦੇ ਵਿੱਚ ਫਰਕ ਹੈ, ਤੁਹਾਡੇ ਬੋਲਣ ਦੇ ਵਿੱਚ ਫਰਕ ਹੈ, ਤੁਹਾਡੇ ਦੇਖਣ ਦੇ ਵਿੱਚ ਫਰਕ ਹੈ, ਤੁਹਾਡੇ ਚੱਲਣ ਦੇ ਵਿੱਚ ਫਰਕ ਹੈ। ਪਰਮੇਸ਼ਵਰ ਕਹਿੰਦਾ ਹੈ ਜ਼ਬੂਰ ਦੇ ਵਿੱਚ, ਪਰਮੇਸ਼ਵਰ ਮੇਰਾ ਉੱਠਣਾ ਬੈਠਣਾ ਅਤੇ ਚੱਲਣਾ ਜਾਣਦਾ ਹੈ। ਕਿ ਉਹਨੂੰ ਪਤਾ ਨਹੀਂ ਮੇਰੇ ਬਾਰੇ? ਸਭ ਕੁਝ ਪਤਾ ਹੈ। ਇਸ ਲਈ ਉਹ ਕਹਿ ਰਿਹਾ ਆਪਣੇ ਚਾਲੇ ਉੱਤੇ ਧਿਆਨ ਦਿਓ। ਔਰ ਜਦੋਂ ਅਸੀਂ ਯਰਮਾਇਆ ਦੀ ਪੁਸਤਕ 17 ਦਾ 9 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਇਹ ਪੁੱਜ ਕੇ ਖਰਾਬ ਹੈ। ਇਹਦਾ ਮਤਲਬ ਕਿਉਂ? ਯਰਮਾਇਆ ਦੇ ਸਮੇਂ ਦੇ ਵਿੱਚ ਤਾਂ ਇਸਰਾਏਲੀ ਲੋਕ ਬਹੁਤ ਜ਼ਿਆਦਾ ਵਿਗੜ ਗਏ ਸੀ। ਉਹਨਾਂ ਨੇ ਆਪਣੇ ਘਰ ਦੀਆਂ ਜਿਹੜੀਆਂ ਕੰਧਾਂ ਸੀ, ਉਹਦੀਆਂ ਜਿਹੜੀਆਂ ਅਲਮਾਰੀਆਂ ਸੀ, ਉਹਨਾਂ ਦੀਆਂ ਕੰਧਾਂ 13-13 ਇੰਚ ਤੋਂ ਵੀ ਜ਼ਿਆਦਾ ਚੌੜੀਆਂ ਹੁੰਦੀਆਂ ਸੀ। ਉਹਦਾ ਵਿੱਚ ਖੋਦ ਕੇ ਉਹਨਾਂ ਨੇ ਬਾਲ ਦੀਆਂ ਮੂਰਤਾਂ ਅੰਦਰ ਰੱਖੀਆਂ ਹੋਈਆਂ ਸੀ, ਬਾਲ ਦੀਆਂ। ਤੇ ਸਾਡੇ ਅੰਦਰ ਕਾਹਦੀਆਂ ਮੂਰਤਾਂ ਹੈ? ਧਨ ਦੀਆਂ, ਆਨੰਦ ਦੀਆਂ। ਆਚਰਣ ਮਤਲਬ ਕਿ ਸਾਡਾ ਸੰਸਾਰ ਦੇ ਵਿੱਚ ਆਚਰਣ, ਸਾਡਾ
मतलब कि लोकां दे विच नाम किस तरह का नाम, चोरी का, ठगी का, रिश्वत का, ये सारियां गल्लां साडे आत्मिक आचरण नूं खराब कर रही हैं। धड़ेबाजियां, गुटबाजियां, मसीहां विच भी अज धड़ेबाजियां। मैं चर्चस दे विच ईवन दैन अपने चर्चस दे विच भी देख लैंदा हाँ जे अपना एक दो पिंडां दे विच आ रहा तो उन्हां दी गूढ़ी दोस्ती, जे उन्हां दे विच एक अद्धे नूं माड़ा बोल दिता, लै ओहदी गवाही दूगा, ओहदी गवाही दूगा। किसे दे नाल भरापां दा प्यार नज़र ही नहीं आंदा। भरापां दा प्यार मतलब कि सबना दे नाल एक मन एक चित होना, एक चित होके मिल जाना। वह है परमेश्वर दे मंदिर दी बनावट। असी उस बनावट दे विच जा नहीं रहे। असी किहड़ी बनावट दे विच जा रहे? संसार दी बनावट दे विच। परमेश्वर की कहता है अज दे मंदिर दी असल दशा दे बारे परमेश्वर की गल कह रहा? इस गल नूं देख के की गल कह रहा? जदों मैं परमेश्वर दे वचन दे विच पहला कुरंथियां उसका 3 अध्याय उसकी 16 ਅਤੇ 17 आयत पढ़दा हाँ तो उत्थे की कहंदा कि तुसी नहीं जानदे कि तुसी परमेश्वर दी हैकल हो। इहदा मतलब परमेश्वर मेरे जीवन दे विच चाहुंदा है कि मैं परमेश्वर दी हैकल नूं जाना है। कहंदा कि तुसी ये नहीं जानते कि तुसी परमेश्वर दी हैकल हो अते परमेश्वर दा आत्मा तुहाडे विच वसदा है। जिहड़ा आत्मा साडे विच वसदा है ताकि ओहदे प्रति और मेरे प्रति एक मन एक चित एक ख्याल है। जो गल पौलुस रसूल फिलिप्पियां 2 अध्याय दे 1 ਅਤੇ 2 आयत दे विच कह रहा, वो गल्लां है मेरे विच। फिर अगली गल की कह रहा 17 दे विच, कहंदा जे कोई परमेश्वर दी हैकल दा नाश करे। ਇਹਦਾ मतलब ਜਦੋਂ भी असी कलीसिया दे बारे गलत सोचीए, ਜਦੋਂ भी कलीसिया दे अपना इस बनाए हुए मंदिर दी बनावट दे उत्ते सवाल खड़ा करिए तां प्यारो एक चीज याद रख लेना, तुसी अपने आप दा नाश कर रहे हो। तुसी उस मंदिर दी उस हृदय दे विचों निकल रहे हो जिथे परमेश्वर ने तुहानूं जोड़िया है, जिथे परमेश्वर ने तुहानूं रखिया है। असी उस घर दे विच जाने, असी कहने असी एक मंदिर हाँ। कलीसिया, कलीसिया का मतलब एक्कलीसिया, एक्कलीसिया मतलब एक परमेश्वर नूं मनण वाली, एक परमेश्वर दे पिछे चलण वाली, एक परमेश्वर दे विचार दे विच रहण वाली, एक परमेश्वर दे प्रति भगती करन वाली, उहनूं कहा गया एक्कलीसिया। ते सोच लो कि असी उस एक्कलीसिया दे विच हैगे आ या नहीं, कि उस एक्कलीसिया दे विच मेरा जीवन है या नहीं, उस एक्कलीसिया दे विच मैं उस एक परमेश्वर दे विचार दे विच हैगा या नहीं। जे मैं उहदे विच नहीं आ तां प्यारो मैं अपने आप दा नाश कर रहा, मेरा नाश हो रहा। मैं उस मंदिर दी बनावट दे विच, मैं उस मंदिर दे अपना विचार दे विच नहीं हाँ। मेरा जीवन परमेश्वर दी महिमा दे लई समर्पित नहीं है। मेरा परमेश्वर चाहुंदा है कि असी एक मन एक चित होके उस परमेश्वर दे मंदिर दी बनावट अते उसारी दे विच दिन प्रति दिन उस दे विच वधदे जाइए। ते अज हालात की है साडे? अज दा मंदिर किस तरह दा है? छल कपट दा मंदिर है। असी अपने भैन भरा दे लई, अपने रिश्तेदार दे लई, अपने यार मित्र दे लई, अपने समाज दे लई की कर रहे हैं? परमेश्वर दे मंदिर नूं दूसरियां दे सामने निंदित कर रहे हैं। किस तरह निंदित कर रहे हैं? मान लो थोड़े घर दे विच किसी प्रकार का प्रोग्राम है और परमेश्वर की संगत दे लई परमेश्वर का एक बहुत बड़ा साडे विच आत्मिकता का कार्य किया जा रहा है, तो असी उस संसार दे कार्य दे विच जाना
ਬਿਹਤਰ ਸਮਝਾਂਗੇ ਪਰਮੇਸ਼ਰ ਦੇ ਇਸ ਆਤਮਿਕ ਕਾਰਜ ਦੇ ਵਿੱਚ। ਔਰ ਜਦੋਂ ਇਸ ਆਤਮਿਕ ਕਾਰਜ ਦੀ ਗੱਲ ਆਪਣਾ ਕੋਈ ਦੂਸਰਾ ਵਿਅਕਤੀ ਸਾਡੇ ਵਿੱਚ ਕਰਦਾ ਹੈ ਤਾਂ ਅਸੀਂ ਕਹਿੰਦੇ ਸਾਨੂੰ ਪਤਾ ਹੈ। ਕੀ ਪਤਾ ਹੈ? ਕਿ ਉੱਥੇ ਕੀ ਹੋਏਗਾ, ਸੰਗਤ ਦੇ ਵਿੱਚ ਕੀ ਹੋਣਾ ਹੈ, ਕਿੰਨੇ ਲੋਕ ਆਣੇ ਆ, ਕਿਹੜੇ ਕਿਹੜੇ ਆਣੇ, ਸਾਨੂੰ ਸਭ ਪਤਾ ਹੈ। ਇਹਦਾ ਮਤਲਬ ਅਸੀਂ ਜਾਣਦੇ ਆ ਪਰਮੇਸ਼ਰ ਦੀ ਯੋਜਨਾ ਨੂੰ, ਪਰ ਅਸੀਂ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ, ਬਲਕਿ ਅਸੀਂ ਉਹਦੇ ਵਿੱਚ ਦੋਸ਼ ਲਾ ਰਹੇ ਹਾਂ। ਕੀ ਦੋਸ਼ ਲਾ ਰਹੇ ਹਾਂ? ਹਾਂ, ਕਲੀਸਿਆ ਇਕੱਠੀ ਹੋਏਗੀ, ਦੂਸਰੇ ਲੋਕ ਤਾਂ ਆਣਗੇ ਨਹੀਂ, ਦੂਸਰੇ ਲੋਕ। ਇਹਦਾ ਮਤਲਬ ਹੈ ਮੈਂ ਦੂਸਰੇ ਲੋਕਾਂ ਨੂੰ ਬਚਾਉਣ ਦੇ ਵਿੱਚ ਭਾਗੀਦਾਰ ਨਹੀਂ ਆ। ਇਹਦਾ ਮਤਲਬ ਉਹਨਾਂ ਦੇ ਉੱਤੇ ਸਵਾਲ। ਔਰ ਜਿਹੜੇ ਲੋਕਾਂ ਦੇ ਵਿੱਚ ਗੱਲ ਕਰ ਰਹੇ, ਕਿਹੜੇ ਲੋਕਾਂ ਦੇ ਵਿੱਚ ਗੱਲ ਕਰ ਰਹੇ? ਜਿਹੜੇ ਹਜੇ ਜਿਨ੍ਹਾਂ ਨੂੰ 4 ਸਾਲ ਹੋਏ ਆ, 5 ਸਾਲ ਹੋਏ ਆ, ਉਹਨਾਂ ਦੇ ਨਾਲ ਅਸੀਂ ਇਹ ਗੱਲਾਂ ਕਰ ਰਹੇ ਹਾਂ। ਅੱਜ ਦੀ ਕਲੀਸਿਆ ਦੀ ਦੁਰਦਸ਼ਾ, ਜਿਹੜਾ ਪਰਮੇਸ਼ਰ ਦਾ ਮੰਦਰ, ਉਹ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਆ ਗਿਆ ਹੈ। ਅਸੀਂ ਸਮਝਦੇ ਨਹੀਂ ਹਾਂ ਕਿ ਅਸੀਂ ਉਹਦੇ ਵਿੱਚ ਕੀ ਆ। ਇਹ ਸੰਸਾਰ ਦਾ ਉਹ ਕਾਰਜ ਮਿਟ ਜਾਏਗਾ, ਇਸ ਸੰਸਾਰ ਦਾ ਉਹ ਕਾਰਜ ਨਾਸ਼ ਹੋ ਜਾਏ, ਪਰ ਜੋ ਤੁਸੀਂ ਪਰਮੇਸ਼ਰ ਦੇ ਲਈ ਆਤਮਿਕ ਕਾਰਜ ਦੇ ਵਿੱਚ ਸ਼ਾਮਿਲ ਹੋਏ ਹੋ, ਜੋ ਤੁਸੀਂ ਆਤਮਿਕ ਇਜਲਾਸ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਆਏ ਹੋ, ਉਸ ਦਾ ਪ੍ਰਤੀਫਲ ਪਰਮੇਸ਼ਰ ਆਪਣੀ ਹਜ਼ੂਰੀ ਦੇ ਵਿੱਚ ਨਿਆਂ ਦੇ ਸਮੇਂ ਮੈਨੂੰ ਅਤੇ ਆਪ ਨੂੰ ਦੇਗਾ। ਅਸੀਂ ਉਸ ਤੋਂ ਬਚ ਨਹੀਂ ਸਕਦੇ। ਇੱਕ ਬੜਾ ਸੁੰਦਰ ਗੱਲ ਮੈਂ ਜ਼ਰੂਰ ਕਹਿੰਦਾ ਹਾਂ, ਇੱਕ ਛੋਟਾ ਜਿਹਾ ਸ਼ਬਦ ਪਰਮੇਸ਼ਰ ਨੇ ਦੇ ਦਿੱਤਾ ਹੈ, ਮਾਫ ਕਰਨਾ, ਸੌਰੀ। ਇਸ ਸੌਰੀ ਸ਼ਬਦ ਦਾ ਹਿਸਾਬ ਵੀ ਪਰਮੇਸ਼ਰ ਮੇਰੇ ਕੋਲੋਂ ਲਏਗਾ। ਮੈਂ ਸਮਝਦਾ ਹਾਂ ਕਿ ਰਾਜਾ ਦਾਊਦ ਨੇ ਵੀ ਸੌਰੀ ਕਿਹਾ ਸੀ। ਸੌਰੀ ਨਤਾਨ, ਮੈਂ ਪਰਮੇਸ਼ਰ ਦੇ ਅੱਗੇ ਗਲਤੀ ਕੀਤੀ ਹੈ, ਸੌਰੀ। ਪਰ ਪਰਮੇਸ਼ਰ ਨੇ ਹਿਸਾਬ ਲਿਆ, ਕਹਿੰਦੇ ਤੂੰ ਰਾਜਾ ਦਾਊਦ ਤੋਂ। ਉਸ ਦਾ ਪੁੱਤਰ, ਜੋ ਪਹਿਲਾ ਪੁੱਤਰ ਪੈਦਾ ਹੋਇਆ ਸੀ ਹਿੱਤੀ ਉਰੀਆ ਦੀ ਪਤਨੀ ਬੇਸ਼ਬਾ ਤੋਂ, ਉਹ ਮਰ ਗਿਆ, ਉਹ ਬਚਿਆ ਨਹੀਂ। ਉਸ ਦੇ ਲਈ ਦਾਊਦ ਨੇ ਉਪਵਾਸ ਵੀ ਕੀਤਾ। ਆਤਮਿਕ ਸੀ, ਵਿਸ਼ਵਾਸੀ ਸੀ, ਪਰ ਉਸ ਨੂੰ ਉਸ ਦਾ ਨਿਆਂ ਦੇਣਾ ਹੀ ਪਿਆ। ਬਾਈਬਲ ਦੇ ਵਿੱਚ ਜਦੋਂ ਅਸੀਂ ਦੂਸਰਾ ਕਰੰਥੀਆਂ 5 ਅਧਿਆਇ 10 ਆਇਤ ਪੜ੍ਹਦੇ ਹਾਂ ਕਿ ਸਾਨੂੰ ਸਭਨਾਂ ਨੂੰ ਮਸੀਹ ਯਸੂ ਦੇ ਨਿਆਂ ਆਸਨ ਦੇ ਅੱਗੇ ਆਪਣਾ ਹਿਸਾਬ ਦੇਣਾ ਹੈ, ਚਾਹੇ ਉਹ ਸਰੀਰ ਦੇ ਨਾਲ ਕੀਤਾ ਹੈ, ਚਾਹੇ ਆਤਮਾ ਦੇ ਨਾਲ, ਦੇਣਾ ਹੀ ਪਏਗਾ। ਬਚ ਨਹੀਂ ਸਕਦੇ ਹਾਂ। ਜੇ ਅਸੀਂ ਸੋਚਦੇ ਹਾਂ, ਕਈ ਲੋਕ ਇਹ ਕਹਿੰਦੇ ਆ ਜਿੰਨੇ ਮਸੀਹ ਯਸੂ ਵਿੱਚ ਆ ਉਹਨਾਂ ਨੂੰ ਸਜ਼ਾ ਦਾ ਹੁਕਮ ਨਹੀਂ। ਮੇਰੇ ਪਿਆਰੇ ਅਜ਼ੀਜ਼, ਉਹ ਪਾਪ ਦੀ ਸਜ਼ਾ ਦਾ ਹੁਕਮ ਸਾਨੂੰ ਸਹੀ ਹੈ, ਨਹੀਂ ਮਿਲੇਗਾ। ਪਰ ਅੱਗੇ ਜੋ ਅਸੀਂ ਮਸੀਹ ਦੇ ਵਿੱਚ ਰਹਿ ਕੇ ਜਾਣਦੇ ਹੋਏ ਵੀ ਗਲਤ ਕੰਮ ਕਰ ਰਹੇ ਹਾਂ, ਉਹਦੀ ਸਜ਼ਾ ਦਾ ਦੰਡ ਉੱਥੇ ਸਾਨੂੰ ਮਿਲੇਗਾ। ਬਚ ਤਾਂ ਜਾਣਗੇ, ਪਰ ਜਲਦੇ ਜਲਦੇ ਰਿਵਾਰਡ ਤਾਂ ਮਿਲੇਗਾ, ਪਰ ਸਿਰ ਦਾ ਤਾਜ ਨਹੀਂ ਮਿਲੇਗਾ। ਇੱਕ ਵਿਸ਼ਵਾਸੀ ਦੀ ਤਰ੍ਹਾਂ ਅਸੀਂ ਅੰਦਰ ਪ੍ਰਵੇਸ਼ ਕਰਾਂਗੇ। ਪਿਆਰੋ, ਮੈਂ ਆਪ ਦੇ ਅੱਗੇ ਗੱਲ ਕਹਿ ਰਿਹਾ ਹਾਂ ਕਿ ਅੱਜ ਦੀ ਦੁਰਦਸ਼ਾ ਬਹੁਤ ਮਾੜੀ ਹੈ। ਇਸ ਦੇ ਨਾਲ ਮੈਂ ਇੱਕ ਹੋਰ ਵਚਨ ਪੜ੍ਹਦਾ ਹਾਂ, ਜਦੋਂ ਇੱਥੇ ਕਹਿੰਦਾ ਹੈ ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਉਹ ਪਰਮੇਸ਼ਰ ਉਹਦਾ ਨਾਸ਼ ਕਰੇਗਾ। ਇਹ ਮੈਂ ਨਹੀਂ ਕਹਿ ਰਿਹਾ, ਪਰਮੇਸ਼ਰ ਦਾ ਵਚਨ ਕਹਿ ਰਿਹਾ। ਇਹਦਾ ਮਤਲਬ ਪਰਮੇਸ਼ਰ ਨੂੰ ਇਹ ਹੈਕਲ, ਇਹ ਮੰਦਰ ਪਰਮੇਸ਼ਰ ਨੇ ਮੈਨੂੰ ਆਪਣੀ ਪਵਿੱਤਰ ਭਗਤੀ ਦੇ ਲਈ ਦਿੱਤਾ ਹੈ। ਕਿਉਂ ਦਿੱਤਾ ਹੈ? ਕਿਉਂਕਿ ਆਪਣਾ ਜਦੋਂ ਰੋਮੀਆਂ ਦੀ ਪੁਸਤਕ 12 ਅਧਿਆਏ ਉਸ ਦੀ 1 ਆਇਤ ਪੜ੍ਹਦੇ ਹਾਂ ਤਾਂ ਬੜਾ ਡਰ ਲੱਗਦਾ ਹੈ ਉਸ ਵਚਨ ਤੋਂ। ਕੀ ਕਹਿੰਦਾ ਹੈ? ਸੋ ਹੇ ਪ੍ਰਭੂ ਪਰਮੇਸ਼ਰ ਦੀਆਂ ਰਹਿਮਤਾਂ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਭਾਈ ਤੁਸੀਂ ਆਪਣੀਆਂ ਦੇਹਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਓ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਇਹਦਾ ਮਤਲਬ ਸਰੀਰ ਦੇ ਰਾਹੀਂ ਅਸੀਂ ਉਹਦੀ ਬੰਦਗੀ ਕਰਨੀ। ਅਸੀਂ ਕਰ ਕੀ ਰਹੇ? ਅੱਜ ਦੇ ਸਮੇਂ ਦੇ ਵਿੱਚ ਇਸ ਮੰਦਰ ਦਾ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ? ਸੰਸਾਰ ਦੇ ਕੰਮਾਂ ਦੇ ਲਈ। ਮੈਂ ਨਹੀਂ ਕਹਿੰਦਾ ਸੰਸਾਰ ਦੇ ਕੰਮ ਨਾ ਕਰੋ, ਪਰ ਜਿਸ ਸਮੇਂ ਦੇ ਵਿੱਚ ਪਰਮੇਸ਼ਰ ਦੀ ਭਗਤੀ ਹੈ, ਉਹ ਸਮਾਂ ਪਰਮੇਸ਼ਰ ਨੂੰ ਦਿਓ, ਉਹ ਪਰਮੇਸ਼ਰ ਨੂੰ ਹੀ ਅਰਪਿਤ ਕਰੋ।
ਜੇ ਪਰਮੇਸ਼ਰ ਕਹਿੰਦਾ ਤੂੰ ਮੇਰਾ ਸਮਾਂ ਲੈ ਰਿਹਾ ਹੈ, ਉਸ ਦਾ ਗਲਤ ਉਪਯੋਗ ਕਰ ਰਿਹਾ ਹੈ, ਤਾਂ ਉਸ ਦਾ ਲੇਖਾ ਤੈਨੂੰ ਦੇਣਾ ਪਏਗਾ, ਕਿਉਂਕਿ ਇੱਥੇ ਸਾਫ਼ ਰੀਤੀ ਨਾਲ ਲਿਖਿਆ ਹੈ। ਤੈਨੂੰ ਦੱਸਦਾ, ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇਗਾ ਤਾਂ ਪਰਮੇਸ਼ਰ ਹੈਕਲ ਦਾ ਨਾਸ਼ ਕਰੇਗਾ। ਮੈਨੂੰ ਯਾਦ ਆਉਂਦਾ ਹੈ ਯੋਹੰਨਾ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਦੋਂ ਹੈਕਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਦੇਖੇ, ਔਰ ਉਹ ਵੀ ਮੈਂ ਆਪ ਦੇ ਅੱਗੇ ਪੜ੍ਹ ਦੇਣਾ ਚਾਹੁੰਦਾ ਹਾਂ, ਕਿਉਂਕਿ ਮੇਰੇ ਕੋਲ ਸਮਾਂ ਘੱਟ ਹੈ, ਇਸ ਕਰਕੇ ਮੈਂ ਉਹਨਾਂ ਦਾ ਇੰਨਾ ਉਚਾਰਨ ਨਹੀਂ ਕਰ ਸਕਦਾ, ਲੇਕਿਨ ਕੁਝ ਗੱਲਾਂ ਮੈਂ ਤੁਹਾਨੂੰ ਇੱਥੇ ਦੱਸਾਂਗਾ। ਕਹਿੰਦਾ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਬੂਤਰ ਵੇਚਣ ਵਾਲਿਆਂ ਨੂੰ ਅਤੇ ਉਸ ਜਗ੍ਹਾ ਦੇ ਉੱਤੇ ਸ਼ਰਾਫਾਂ ਨੂੰ ਬੈਠੇ ਹੋਏ ਦੇਖਿਆ, ਅਤੇ ਉਸ ਜਗ੍ਹਾ ਦੇ ਉੱਤੇ ਡੰਗਰਾਂ ਨੂੰ, ਭੇਡਾਂ ਨੂੰ ਵੇਚਣ ਵਾਲਿਆਂ ਨੂੰ ਵੇਖਿਆ, ਤਾਂ ਪਰਮੇਸ਼ਵਰ ਨੇ ਉੱਥੇ ਕੋੜਾ ਬਣਾ ਕੇ ਉਹ ਸਾਰੀ ਰੋਕੜ ਖੜਾ ਦਿੱਤੀ ਔਰ ਕਿਹਾ, ਮੇਰੇ ਘਰ ਨੂੰ ਡਾਕੂਆਂ ਦੀ ਖੋਹ ਨਾ ਬਣਾਓ, ਵਪਾਰ ਦਾ ਮੰਦਰ ਨਾ ਬਣਾਓ। ਪ੍ਰਭੂ ਯਿਸੂ ਮਸੀਹ ਦਾ ਵਾਕ ਸੀ। ਔਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਸ ਮੰਦਰ ਦਾ ਕਿਸ ਤਰ੍ਹਾਂ ਉਪਯੋਗ ਕਰ ਰਹੇ ਹਾਂ, ਇਹ ਅਸੀਂ ਆਪ ਜਾਂਚਣਾ ਹੈ। ਪਹਿਲੀ ਗੱਲ ਮੈਂ ਦੇਖਦਾ, ਹਜਾਈ ਨਬੀ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਆ ਹਜੇ ਮੰਦਰ ਬਣਾਉਣ ਦਾ ਵੇਲਾ ਨਹੀਂ ਆਇਆ। ਦੂਸਰੀ ਗੱਲ ਅਸੀਂ ਕਹਿੰਦੇ ਆ ਅਸੀਂ ਪਰਮੇਸ਼ਰ ਦੀ ਭਗਤੀ ਕਰ ਰਹੇ ਹਾਂ। ਕਿੱਦਾਂ ਭਗਤੀ ਕਰ ਰਹੇ ਹਾਂ? ਸੰਸਾਰ ਦੇ ਖਿਆਲਾਤਾਂ ਤੇ ਵਿਚਾਰਾਂ ਦੇ ਨਾਲ। ਇਹ ਆਤਮਿਕ ਭਗਤੀ ਨਹੀਂ ਆ, ਆਤਮਿਕ ਵਿਚਾਰ ਨਹੀਂ। ਦੇਖੋ, ਪਰਮੇਸ਼ਰ ਤੁਹਾਡੀਆਂ ਭੇਂਟਾਂ ਤੋਂ ਖੁਸ਼ ਨਹੀਂ ਹੁੰਦਾ, ਪਰਮੇਸ਼ਰ ਤੁਹਾਡੇ ਆਪਣਾ ਦੇਣ ਤੋਂ ਖੁਸ਼ ਨਹੀਂ ਹੁੰਦਾ। ਪਰਮੇਸ਼ਰ ਕਿਸ ਚੀਜ਼ ਤੋਂ ਖੁਸ਼ ਹੁੰਦਾ ਹੈ? ਕਿ ਉਹਦੇ ਹੁਕਮ ਦੇ ਅਨੁਸਾਰ ਉਹਦੀ ਭਗਤੀ ਕੀਤੀ ਜਾ। ਕਰ ਰਹੇ? ਨਹੀਂ ਕਰ ਰਹੇ। ਦੂਸਰੀ ਗੱਲ ਮੈਂ ਇੱਥੇ ਪੜ੍ਹਦਾ ਹਾਂ, ਕੁਰਿੰਥੀਆਂ ਦੀ ਪੁਸਤਕ ਹੈ, ਉਸ ਦਾ 6 ਅਧਿਆਇ 19 ਅਤੇ 20 ਆਇਤ ਦੇ ਵਿੱਚ ਪੌਲਸ ਰਸੂਲ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ। 6 ਦਾ 19 ਅਤੇ 20 ਦੇ ਵਿੱਚ ਕਹਿੰਦਾ ਹੈ, ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਾਈ ਤੁਹਾਡੀ ਦੇਹ ਦੇ ਅੰਦਰ ਪਵਿੱਤਰ ਆਤਮਾ ਦੀ ਹੈਕਲ। ਇਹਦਾ ਮਤਲਬ ਪਵਿੱਤਰ ਆਤਮਾ ਦੇ ਰਾਹੀਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਇਹ ਦੇਹ ਨਹਿਲਾਈ ਗਈ, ਸ਼ੁੱਧ ਕੀਤੀ ਗਈ, ਖਾਲਸ ਕੀਤੀ ਗਈ, ਪਵਿੱਤਰ ਕੀਤੀ ਗਈ। ਕਾਹਦੇ ਲਈ? ਪਰਮੇਸ਼ਰ ਦੀ ਵਡਿਆਈ ਕਰਨ ਦੇ ਲਈ। ਔਰ ਇਸ ਵਡਿਆਈ ਕਰਨ ਦੇ ਲਈ ਪਰਮੇਸ਼ਰ ਨੇ ਸਾਨੂੰ ਆਤਮਾ ਦਿੱਤਾ ਹੈ। ਪਰ ਉਹ ਆਤਮਾ ਨੂੰ ਅਸੀਂ ਜਦੋਂ ਸੰਸਾਰ ਦੀਆਂ ਗੱਲਾਂ ਦੇ ਵਿੱਚ, ਸੰਸਾਰ ਦੇ ਰਿਸ਼ਤੇ ਨਾਤਿਆਂ ਦੇ ਵਿੱਚ, ਸੰਸਾਰ ਦੇ ਵਿਚਾਰਾਂ ਦੇ ਵਿੱਚ ਉਸ ਮੰਦਰ ਦੇ ਨਾਲ ਧੱਕਾ ਕਰਦੇ ਹਾਂ, ਤਾਂ ਉਹ ਅਸੀਂ ਪਰਮੇਸ਼ਰ ਦੀ ਭਗਤੀ ਨਹੀਂ ਕਰ ਰਹੇ ਹਾਂ, ਫਿਰ ਅਸੀਂ ਸੰਸਾਰ ਦੀ ਭਗਤੀ ਕਰ ਰਹੇ ਹਾਂ। ਫਿਰ ਇਹ ਨਾ ਸੋਚੋ ਕਿ ਪਰਮੇਸ਼ਰ ਸਾਨੂੰ ਫਲ ਦੇਗਾ, ਕਦੇ ਵੀ ਨਹੀਂ। ਸੰਸਾਰ ਦੀ ਭਗਤੀ ਦੇ ਨਾਲ ਸਾਨੂੰ ਕਦੇ ਵੀ ਫਲ ਨਹੀਂ ਮਿਲੇਗਾ। ਉਸ ਤੋਂ ਬਾਅਦ ਉਹ ਫਿਰ ਆਪਣਾ, ਜਦੋਂ ਅਸੀਂ ਦੂਸਰਾ ਕੁਰਿੰਥੀਆਂ 6 ਅਧਿਆਏ ਉਸ ਦੀ 16 ਆਇਤ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਵੀ ਪਰਮੇਸ਼ਰ ਦਾ ਦਾਸ ਪੌਲਸ ਰਸੂਲ ਫਿਰ ਸਾਡੇ ਨਾਲ ਗੱਲ ਕਰ ਰਿਹਾ। ਕੀ ਗੱਲ ਕਰ ਰਿਹਾ ਹੈ ਉਹ ਵੀ ਮੈਂ ਆਪਣਾ ਪੜ੍ਹ ਰਿਹਾ। ਅਤੇ ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ? ਅਸੀਂ ਤਾਂ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਹੈਕਲ ਹਾਂ। ਇਹਦਾ ਮਤਲਬ ਮੂਰਤੀਆਂ ਨਾਲ ਸਾਨੂੰ ਕੋਈ ਵਾਸਤਾ ਨਹੀਂ ਹੈ। ਮੂਰਤੀਆਂ ਦੇ ਪਿੱਛੇ, ਮੂਰਤੀਆਂ ਦਾ ਮਤਲਬ ਕੀ ਹੈ? ਕਿਹੜੀ ਮੂਰਤੀ? ਘਮੰਡ ਦੀ ਮੂਰਤੀ ਹੈ, ਦੋਸਤਾਂ ਦੀ ਮੂਰਤੀ ਹੈ, ਰਿਸ਼ਤੇਦਾਰਾਂ ਦੀ ਮੂਰਤੀ ਹੈ, ਔਰ ਸਾਡੇ ਬੌਸ ਦੀ ਮੂਰਤੀ ਹੈ, ਜਾਂ ਸਾਡੇ ਆਪਣਾ ਸਮਾਜ ਦੀ ਮੂਰਤੀ ਹੈ, ਸਾਡੇ ਵਿੱਚ ਇੱਥੇ ਬਣ ਕੇ ਬੈਠੀਆਂ। ਉਹ ਸਾਨੂੰ ਕੀ ਕਰਦੀਆਂ? ਇਸ ਹੈਕਲ ਨੂੰ, ਜਿਹੜੀ ਪਰਮੇਸ਼ਰ ਦੀ ਮਹਿਮਾ ਹੈ, ਉਸ ਤੋਂ ਦੂਰ ਕਰਕੇ ਉਸ ਜਗ੍ਹਾ ਦੇ ਉੱਤੇ ਲੈ ਜਾਂਦੀਆਂ ਜਿੱਥੇ ਸਾਨੂੰ ਹੋਣਾ ਨਹੀਂ ਚਾਹੀਦਾ। ਪਰਮੇਸ਼ਰ ਦੀ ਇਸ ਜਗ੍ਹਾ ਦੇ ਉੱਤੇ ਕਹਿੰਦਾ, ਜਦੋਂ ਤੁਸੀਂ ਇਸ ਜਗ੍ਹਾ ਦੇ ਉੱਤੇ ਘਿਰਣਿਤ ਵਸਤੂ ਨੂੰ ਦੇਖੋਗੇ ਤਾਂ ਸਮਝ ਲੈਣਾ ਪਰਮੇਸ਼ਰ ਦਾ ਆਉਣਾ ਨਿਕਟ ਹੋ ਗਿਆ। ਇਹਦਾ ਮਤਲਬ ਤੁਸੀਂ ਆਪਣੇ ਦਿਲ ਦੇ ਵਿੱਚ ਕਿਹਨੂੰ ਖੜਾ ਕੀਤਾ ਹੈ ਤੁਸੀਂ ਦੇਖਣਾ ਹੈ। ਕੀ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਹੈ? ਕੀ ਪਰਮੇਸ਼ਰ ਦੇ ਆਤਮਾ ਦੇ ਰਾਹੀਂ ਪਰਮੇਸ਼ਰ ਨੂੰ ਸੱਚੀ ਆਰਾਧਨਾ ਅਤੇ ਸੱਚੀ ਉਪਾਸਨਾ ਉਸ ਨੂੰ ਭੇਂਟ ਕੀਤੀ ਜਾ ਰਹੀ ਹੈ? ਜੇ ਨਹੀਂ ਕੀਤੀ ਜਾ ਰਹੀ ਹੈ ਪਿਆਰੋ, ਇਸ ਦਾ ਲੇਖਾ ਪਰਮੇਸ਼ਰ ਮੇਰੇ ਅਤੇ ਆਪ ਤੋਂ ਲਵੇਗਾ। ਅਸੀਂ ਬਚ ਨਹੀਂ ਸਕਦੇ ਹਾਂ। ਅੰਤਿਮ ਗੱਲ ਮੈਂ ਪੜ੍ਹ ਰਿਹਾ ਹਾਂ, ਉਸ ਨੂੰ ਪੜ੍ਹ ਕੇ ਸਮਾਪਤ ਕਰਾਂਗਾ। ਅਫਸੀਆਂ ਦੀ ਪੁਸਤਕ 2 ਅਧਿਆਏ ਉਸ ਦੀ 21 ਅਤੇ 22 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਅਫਸੀਆਂ ਦੀ ਪੁਸਤਕ 2 ਅਧਿਆਏ ਉਸ ਦੀ 21 ਅਤੇ 22 ਆਇਤ। ਇੱਥੇ ਲਿਖਿਆ ਹੈ
ਕਹਿੰਦਾ ਹੈ ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਦੀ ਪਵਿੱਤਰ ਹੈਕਲ ਬਣ ਜਾਂਦੀ। ਇਹ ਕਿਹਦੀ ਗੱਲ ਕੀਤੀ ਗਈ ਹੈ? ਕਲੀਸਿਆ ਦੀ, ਅੱਜ ਦੇ ਮੰਦਰ ਦੀ ਗੱਲ ਕੀਤੀ ਗਈ ਹੈ। ਅੱਜ ਦਾ ਮੰਦਰ ਇੱਟਾਂ ਰੋੜਿਆਂ ਦਾ ਮੰਦਰ ਨਹੀਂ ਹੈ। ਅੱਜ ਦਾ ਮੰਦਰ ਰੇਤੇ ਅਤੇ ਸੀਮੈਂਟ ਦਾ ਬਣਿਆ ਹੋਇਆ ਮੰਦਰ ਨਹੀਂ ਹੈ। ਅੱਜ ਦਾ ਮੰਦਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਬਚ ਗਏ, ਔਰ ਉਹਦੇ ਵਿੱਚ ਜਦੋਂ ਅਸੀਂ ਇੱਕ ਸੰਗ ਇੱਕ ਦੂਜੇ ਦੇ ਨਾਲ ਜੁੜਦੇ ਹਾਂ ਤਾਂ ਉਹ ਪਰਮੇਸ਼ਰ ਦੀ ਪਵਿੱਤਰ ਹੈਕਲ ਅਤੇ ਪਵਿੱਤਰ ਮੰਦਰ ਬਣਦਾ ਹੈ। ਔਰ ਉਹ ਕਹਿੰਦਾ ਤੁਸੀਂ ਇੱਕ ਸੰਗ ਬਣਦੀ ਜਾਂਦੀ ਹੋ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਦੇ ਲਈ ਇੱਕ ਸੰਗ ਬਣਾਏ ਜਾਂਦੇ ਹੋ, ਇੱਕ ਸੰਗ ਜੋੜੇ। ਫਿਰ ਅਸੀਂ ਦੇਖ ਲਓ ਇਸ ਸੰਸਾਰ ਦੇ ਨਾਲ ਜੁੜੇ ਹੋਏ ਆ ਜਾਂ ਪਰਮੇਸ਼ਰ ਨਾਲ ਜੁੜੇ ਹੋਏ ਆ। ਇੱਥੇ ਇਹੀ ਗੱਲ ਹਜ਼ਾਈ ਨਬੀ ਨੂੰ ਕਹੀ ਸੀ। ਜਦੋਂ ਮੈਂ 8 ਆਇਤ ਨੂੰ ਪੜ੍ਹਦਾ ਹਾਂ ਇੱਥੇ, ਤਾਂ 8 ਦੇ ਵਿੱਚ ਲਿਖਿਆ, ਪਹਾੜ ਉੱਤੇ ਚੜ੍ਹੋ, ਲੱਕੜੀ ਲਿਆਓ, ਇਸ ਭਵਨ ਨੂੰ ਬਣਾਓ, ਮੈਂ ਉਸ ਤੋਂ ਪ੍ਰਸੰਨ ਹੋਵਾਂਗਾ ਅਤੇ ਮੇਰੀ ਵਡਿਆਈ ਹੋਵੇ। ਯਹੋਵਾ ਕਹਿੰਦਾ ਹੈ ਅਸੀਂ ਇੱਕ ਸੰਗ ਹੋ ਰਹੇ ਹਾਂ, ਅਸੀਂ ਭੇਂਟ ਲੈ ਕੇ ਆ ਰਹੇ ਹਾਂ ਭਵਨ ਨੂੰ ਬਣਾਉਣ ਦੇ ਲਈ। ਅਸੀਂ ਉਸ ਦੇ ਲਈ ਤਿਆਰੀ ਵਿੱਚ, ਜੇ ਅਸੀਂ ਤਿਆਰੀ ਵਿੱਚ ਨਹੀਂ ਤਾਂ ਪਰਮੇਸ਼ਰ ਮੇਰੇ ਤੋਂ ਕਦਾਚਿਤ ਪ੍ਰਸੰਨ ਨਹੀਂ ਹੈ। ਅਸੀਂ ਸੰਸਾਰ ਨੂੰ ਪ੍ਰਸੰਨ ਨਹੀਂ ਕਰਨਾ ਹੈ, ਇਸ ਹੈਕਲ ਦੇ ਨਾਲ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ। ਜਦੋਂ ਇਸ ਹੈਕਲ ਦੇ ਨਾਲ ਮੈਂ ਪਰਮੇਸ਼ਰ ਦੀ ਵਡਿਆਈ ਕਰਦਾ ਹਾਂ, ਇਸ ਦੀ ਉਸਤਤ ਕਰਦਾ ਹਾਂ, ਤਾਂ ਪਰਮੇਸ਼ਰ ਉਸ ਤੋਂ ਪ੍ਰਸੰਨ ਹੁੰਦਾ ਹੈ। ਕੀ ਲਿਖਿਆ ਹੈ? ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਉਸ ਦਾ 13 ਅਧਿਆਇ ਉਸ ਦੀ 15 ਆਇਤ ਪੜ੍ਹਦਾ ਹਾਂ ਤਾਂ ਉਸ ਵਿੱਚ ਕੀ ਲਿਖਿਆ ਹੈ? ਕਹਿੰਦਾ ਹੈ ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਸ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ। ਇਸ ਤੋਂ ਪਰਮੇਸ਼ਰ ਪ੍ਰਸੰਨ ਹੈ। ਅਸੀਂ ਚੜਾ ਕੀ ਰਹੇ ਹਾਂ? ਸੰਸਾਰ ਦੀਆਂ ਗੱਲਾਂ, ਸੰਸਾਰ ਦੇ ਵਿਚਾਰ, ਸੰਸਾਰ ਦੇ ਆਪਣੇ ਮਨ ਦੇ ਵਿੱਚ ਆਏ। ਅਸੀਂ ਪ੍ਰਭੂ ਘਰ ਦੇ ਵਿੱਚ ਆ, ਪਰ ਸੋਚਾਂ ਸਾਡੀਆਂ ਕਿਤੇ ਹੋਰ ਹੈ, ਵਿਚਾਰ ਸਾਡੇ ਕਿਤੇ ਹੋਰ ਹੈ। ਪਰਮੇਸ਼ਰ ਸਾਡੇ ਵਿਚਾਰਾਂ ਨੂੰ, ਸਾਡੇ ਦਿਲ ਨੂੰ ਦੂਰ ਤੋਂ ਹੀ ਅਕਸਰਾ ਕਰ ਲੈਂਦਾ ਹੈ ਕਿ ਉਹ ਸੱਚਾ ਹੈ ਜਾਂ ਨਹੀਂ। ਉਸ ਦਾ ਪ੍ਰਤੀਫਲ ਨਿਆਂ ਦੇ ਸਮੇਂ ਪਰਮੇਸ਼ਰ ਦੇਵੇਗਾ। ਉਹ ਇੱਕ ਇੱਕ ਚੀਜ਼ ਨੂੰ ਜੋ ਮੈਂ ਉਹਦੇ ਲਈ ਕਰ ਰਿਹਾ, ਉਹ ਆਪਣੇ ਭਾਂਡੇ ਦੇ ਵਿੱਚ ਸੰਜੋ ਕੇ ਇਕੱਠਾ ਕਰ ਰਿਹਾ ਹੈ। ਜਦੋਂ ਉਹ ਆਏਗਾ ਨਿਆਂ ਦੇ ਲਈ ਔਰ ਅਸੀਂ ਉਸ ਦੇ ਨਿਆਂ ਦੇ ਅੱਗੇ ਖੜੇ ਹੋਵਾਂਗੇ ਤਾਂ ਮੈਨੂੰ ਉਸ ਦਾ ਪ੍ਰਤੀਫਲ ਦੇਵੇਗਾ। ਕੀ ਤੁਸੀਂ ਇਸ ਮੰਦਰ ਦੇ ਨਾਲ ਉਸ ਪ੍ਰਤੀਫਲ ਨੂੰ ਪ੍ਰਾਪਤ ਕਰਨ ਦੇ ਲਈ ਤਿਆਰ ਹੋ? ਕੀ ਤੁਸੀਂ ਅੱਜ ਇਸ ਮੰਦਰ ਨੂੰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਉਸ ਦੀ ਭਗਤੀ ਦੇ ਲਈ ਕਰਨ ਦੇ ਲਈ ਤਿਆਰ ਹੋ? ਜੇ ਤਿਆਰ ਹੋ ਤਾਂ ਪਰਮੇਸ਼ਰ ਤੁਹਾਨੂੰ ਪ੍ਰਤੀਫਲ ਦੇਗਾ। ਜੇ ਨਹੀਂ ਤਾਂ ਆਪਣੇ ਆਪ ਨੂੰ ਹੁਣ ਤਿਆਰ ਕਰ ਲਓ ਤਾਂ ਕਿ ਤੁਸੀਂ ਉਹਦੇ ਕੋਲੋਂ ਪ੍ਰਤੀਫਲ ਪ੍ਰਾਪਤ ਕਰ ਸਕੋ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।